तेरी दुनिया ते सरदारी ना हुंदी।
बदले मरना, सिक्खी बदले मरना, जे दिल तारी ना हुंदी। सिंगा तेरी दुनिया ते सरदारी ना हुंदी, सिंगा तेरी दुनिया ते सरदारी ना हुंदी। तख्त अकाल दा जेकर बदला लेंदे ना, कट्ठे तख्त अकाल दा जेकर बदला लेंदे ना। ओ इंदिरा बापन सिंगा, इंदिरा बापन सिंगा, गड्डी चाड़ी ना हुंदी। सिंगा तेरी दुनिया ते सरदारी ना हुंदी, सिंगा तेरी दुनिया ते सरदारी ना हुंदी। सिंगा तेरी दुनिया ते सरदारी ना हुंदी, सिंगा तेरी दुनिया ते सरदारी ना हुंदी, सिंगा तेरी दुनिया ते सरदारी ना हुंदी। परम सम्मानयोग गुरु सवारे खालसा जी, आओ गरीब नवाज पातशाह चवर छतर तख्त के मालिक दसां पातशाहियां की जागत जोत साहिब श्री गुरु ग्रंथ साहिब महाराज जी के पावन चरण परसीए। कोई भी रसना वांझी ना रहे, सरबत संगत गुरु बख्शी फतेह की सांझ पाओ। आखो जी वाहिगुरु जी का खालसा, वाहिगुरु जी की फतेह। आप जी बड़े प्यार सहित शाम के संध्या के सजे हुए दीवाना में हाजरी भर रहे हो। साढ़े तो पहला ज्ञानी गुरदीप सिंह जी कपूरथले वालिया ने आप जी को गुरु इतिहास की पावन कथा विचार सरवण करवाई है। ढाडी जत्था आप संगत की सेवा में हाजिर होया है। शाम के दीवान में हर रोज अज का इतिहास आप संगत की सेवा में पेश किया जाता है। अज 29 जुलाई का दिन है ते अज का दिन कौम के एक महान सूरबीर योधे की शहादत नाल संबंध रखता है। अज कौमी जरनैल जुझारू बाते सिख संघर्ष के अनमोल हीरे शहीद गुरजंट सिंह बुद्ध सिंह वाले के शहीदी दिन वजों मनाया जा रहा है। जदों असीं शहीदां की गल करते हाँ, शहीद किसी कौम का असली सरमाया होंदे ने। किसी कौम की अमीरी वेखण लई
ਇਹ ਨਹੀਂ ਕਿ ਉਸ ਕੌਮ ਕੋਲ ਕਿੰਨੀ ਜ਼ਮੀਨ, ਕਿੰਨੀ ਜਾਇਦਾਦ, ਕਿੰਨਾ ਧਨ, ਕਿੰਨੀ ਦੌਲਤ ਹੈ, ਇਹ ਚੀਜ਼ ਵੇਖੀ ਜਾਏ। ਸਗੋਂ ਕੌਮਾਂ ਦੀ ਅਮੀਰੀ ਇਸ ਗੱਲ ਵਿੱਚ ਹੁੰਦੀ ਹੈ ਕਿ ਉਸ ਕੌਮ ਵਿੱਚ ਕਿੰਨੇ ਸ਼ਹੀਦ ਹੋਏ ਨੇ। ਕਰਤਾਰ ਸਿੰਘ ਬਲਗੜ ਜੀ 4 ਲਾਈਨਾਂ ਬੜੀਆਂ ਕਮਾਲ ਦੀਆਂ ਲਿਖਦੇ ਨੇ। ਉਹ ਕਹਿੰਦੇ ਨੇ, ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ, ਉਹ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ, ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜੀਵਨ ਵਿੱਚ ਨਹੀਂ ਉਹਨਾਂ ਦੀ ਹਾਰ ਵੇਖੀ, ਜਿਹਦੀ ਝੋਲੀ ਸ਼ਹੀਦਾਂ ਦੇ ਫੁੱਲ ਬਹੁਤੇ, ਉਸੇ ਕੌਮ ਦੇ ਬਾਗੀ ਬਹਾਰ ਵੇਖੀ। ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਖਾਲਸੇ ਨੇ ਆਪਣੇ ਲਹੂ ਨਾਲ ਆਪਣੀ ਸਰਜ਼ਮੀਨ, ਆਪਣੀ ਜਨਮ ਭੂਮੀ ਪੰਜਾਬ ਦਾ ਚੱਪਾ ਚੱਪਾ ਰੰਗਿਆ ਹੈ। ਅਣਖ ਅਤੇ ਗੈਰਤ ਨਾਲ ਜਿਉਣ ਲਈ ਹਮੇਸ਼ਾ ਹੀ ਆਪਣੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਤੇ ਜਦੋਂ ਅਸੀਂ 1984 ਦੀ ਗੱਲ ਕਰਦੇ ਹਾਂ ਤੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਜਿਹੜਾ ਬਾਘੇ ਪੁਰਾਣੇ ਦੇ ਬਿਲਕੁਲ ਨਜ਼ਦੀਕ ਇੱਕ ਛੋਟੇ ਜਿਹੇ ਪਿੰਡ ਬੁੱਧ ਸਿੰਘ ਵਾਲਾ ਵਿੱਚ ਸਰਦਾਰ ਨਛੱਤਰ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਜੀ ਦੀ ਪਾਵਨ ਕੁੱਖ ਤੋਂ ਜੂਨ 1964 ਵਿੱਚ ਪੈਦਾ ਹੋਇਆ। ਇਸ ਨੌਜਵਾਨ ਦੇ ਨਾਲ 1984 ਤੱਕ ਆਮ ਪਿੰਡ ਵਾਲੇ ਇਸ ਨੂੰ ਜੰਟਾ ਕਹਿ ਕੇ ਵਰਤਾਓ ਕਰਦੇ ਸਨ। ਕਿਸੇ ਨੂੰ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੁਰਜੰਟ ਸਿੰਘ ਇਸ ਬੁੱਧ ਸਿੰਘ ਵਾਲੇ ਪਿੰਡ ਦਾ ਨਾਮ ਰੌਸ਼ਨ ਕਰ ਦੇਵੇਗਾ। 1984 ਵਿੱਚ ਧਰਮ ਯੁੱਧ ਮੋਰਚਾ ਭਖਿਆ ਹੋਇਆ ਸੀ, ਪਰ ਉਸ ਵੇਲੇ ਤੱਕ ਗੁਰਜੰਟ ਸਿੰਘ ਦਾ ਇਸ ਧਰਮ ਯੁੱਧ ਮੋਰਚੇ ਨਾਲ ਬਹੁਤਾ ਵਾਹ ਵਾਸਤਾ ਨਹੀਂ ਸੀ। ਇਧਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਭਰਾ ਸਰਦਾਰ ਜਗਜੀਤ ਸਿੰਘ ਜੀ ਰੋਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਨੂੰ ਰਿਹਾ ਕਰਵਾਉਣ ਲਈ ਮਾਈ ਕਾਨਪੁਰ ਦੇ ਗੁਰਦੁਆਰਾ ਸਾਹਿਬ ਮੋਗੇ ਦੀ ਧਰਤੀ ਤੇ ਸਿੱਖ ਸੰਗਤ ਨੇ ਇੱਕ ਮੋਰਚਾ ਲਾ ਦਿੱਤਾ। ਫਿਰ ਇਸ ਮੋਰਚੇ ਦੌਰਾਨ 26 ਅਪ੍ਰੈਲ 1984 ਨੂੰ ਮਾਈ ਕਾਨਪੁਰ ਦੇ ਗੁਰਦੁਆਰਾ ਸਾਹਿਬ ਉੱਪਰ ਪੁਲਿਸ ਦਾ ਹਮਲਾ ਹੋਇਆ, ਗੋਲੀ ਚੱਲੀ। ਜਿਸ ਗੋਲੀਬਾਰੀ ਦੌਰਾਨ ਇਹ ਗੁਰਜੰਟ ਸਿੰਘ ਵੀ ਉੱਥੇ ਸੀ ਤੇ ਗੁਰਜੰਟ ਸਿੰਘ ਦੇ ਦਾਦੇ ਕੇਹਰ ਸਿੰਘ ਦਾ ਸਕਾ ਭਰਾ ਕਰਨੈਲ ਸਿੰਘ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਸੀ। ਤੇ ਜਦੋਂ ਗੋਲੀ ਚੱਲੀ, ਜਿੱਥੇ ਸਰਪੰਚ ਗੁਰਮੇਲ ਸਿੰਘ ਅਜੀਤਵਾਲ ਸ਼ਹੀਦ ਹੋ ਗਏ, ਉੱਥੇ ਸਰਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਦਾਦਾ ਕਰਨੈਲ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਿਆ। ਫਿਰ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀ ਸੰਗਤ ਸੀ, ਉਹਨੂੰ ਚੁਫੇਰਿਓਂ ਘੇਰਾ ਪਿਆ ਹੋਇਆ ਸੀ। ਕਈ ਦਿਨ ਬੀਤ ਗਏ, ਫਿਰ ਵੀ ਸੰਗਤ ਨੂੰ ਬਾਹਰ ਨਾ ਨਿਕਲਣ ਦਿੱਤਾ ਗਿਆ। ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਆਖਿਰਕਾਰ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਇਹ ਹੁਕਮਨਾਮਾ ਜਾਰੀ ਕਰ ਦਿੱਤਾ, ਜੇਕਰ 4 ਮਈ ਤੱਕ ਸਿੱਖ ਸੰਗਤ ਤੇ ਲਾਈ ਹੋਈ ਪਾਬੰਦੀ ਨਾ ਚੁੱਕੀ ਗਈ ਤੇ ਫਿਰ ਬਹੁਤ ਵੱਡੇ ਰੋਸ ਮਾਰਚ ਕੀਤੇ ਜਾਣਗੇ। ਆਖਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਆਪਣੀ ਰਸਨਾ ਤੋਂ ਇਹ ਗੱਲ ਕਹਿ ਦਿੱਤੀ ਕਿ ਸਰਕਾਰ ਨੂੰ ਇਸ ਦੇ ਨਤੀਜੇ ਬੜੇ ਮਾੜੇ ਭੁਗਤਣੇ ਪੈਣਗੇ। 3 ਮਈ ਨੂੰ ਇਹ ਘੇਰਾ ਚੁੱਕਿਆ ਗਿਆ, ਪਰ ਇਸ ਗੁਰਦੁਆਰਾ ਸਾਹਿਬ ਦੇ ਅੰਦਰੋਂ ਜਿਹੜੇ ਸਿੰਘ ਸਿੰਘਣੀਆਂ ਸਨ, ਉਹਨਾਂ ਨੂੰ ਵੱਡੀ ਗਿਣਤੀ ਵਿੱਚ ਗ੍ਰਿਫਤਾਰ ਕੀਤਾ ਗਿਆ। ਗੁਰਜੰਟ ਸਿੰਘ ਵੀ ਗ੍ਰਿਫਤਾਰ ਹੋ ਗਿਆ ਤੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਮੋਗੇ ਦੇ ਥਾਣੇ ਵਿੱਚ ਰੱਖਿਆ ਗਿਆ। ਤੇ ਇਸ ਗ੍ਰਿਫਤਾਰੀ ਦੌਰਾਨ ਗੁਰਜੰਟ ਸਿੰਘ ਤੇ ਦੇ ਨਾਲ ਜਿਹੜੇ ਹੋਰ ਜੁਝਾਰੂ ਜਿਹੜੇ ਸਿੰਘ ਗ੍ਰਿਫਤਾਰ ਕੀਤੇ ਗਏ ਸਨ, ਉਹਨਾਂ ਨੂੰ ਥਾਣੇ ਦੇ ਵਿਹੜੇ ਵਿੱਚ ਪੁਲਿਸ ਵਾਲੇ ਜ਼ਮੀਨ ਉੱਪਰ ਗਰਮੀ ਦੇ ਮਹੀਨੇ ਲਿਟਾ ਕੇ ਤਸ਼ੱਦਦ ਕਰਦੇ। ਇਹਨਾਂ ਦੇ ਹੱਥਾਂ ਨੂੰ ਹੱਥਕੜੀਆਂ ਨਹੀਂ ਸਨ ਲਾਈਆਂ ਗਈਆਂ, ਸਗੋਂ ਹੱਥਾਂ ਨੂੰ ਕੰਡਿਆਲੀ ਤਾਰ ਦੇ ਨਾਲ ਬੰਨ੍ਹਿਆ ਗਿਆ ਸੀ। ਇਹਨਾਂ ਯੋਧਿਆਂ ਦੇ ਗੁੱਟਾਂ ਨੂੰ ਜਿਹੜੀ ਕੰਡਿਆਲੀ ਤਾਰ ਪਾਈ ਹੋਈ ਸੀ, ਉਹਦੇ ਨਾਲ ਸਰੀਰ ਦਾ ਮਾਸ ਗੁੱਟਾਂ ਦੇ ਨਾਲ ਲਹਿ ਰਿਹਾ ਸੀ। ਪਰ ਇਹ ਚੜ੍ਹਦੀ ਕਲਾ ਵਿੱਚ ਸਨ। ਇੱਥੋਂ ਤੱਕ ਇਹਨਾਂ ਨੂੰ ਪਾਣੀ ਵੀ ਨਹੀਂ ਸੀ ਦਿੱਤਾ ਜਾਂਦਾ। ਜੇ ਕੋਈ ਪਾਣੀ ਮੰਗਦਾ ਤਾਂ ਉਹਦੇ ਮੂੰਹ ਵਿੱਚ ਮਿੱਟੀ ਪਾਈ ਜਾਂਦੀ ਸੀ। ਹੁਣ ਇੱਕ ਦਿਨ ਐਸਾ ਆਇਆ ਜਦੋਂ ਗੁਰਜੰਟ ਸਿੰਘ ਹੋਰਾਂ ਨੂੰ ਪੁਲਿਸ ਕਚਹਿਰੀ ਵਿੱਚ ਪੇਸ਼ ਕਰਨ ਲਈ ਲੈ ਕੇ ਆਈ
ਪੁਲਿਸ ਦੀ ਗੱਡੀ ਵਿੱਚੋਂ ਗੁਰਜੰਟ ਸਿੰਘ ਨੂੰ ਉਤਾਰਿਆ ਗਿਆ। ਇਹਦੇ ਨਾਲ ਕੁਝ ਹੋਰ ਵੀ ਸਿੰਘ ਸਨ। ਐਨ ਉਸੇ ਵਕਤ ਬੁੱਧ ਸਿੰਘ ਵਾਲੇ ਦਾ ਇੱਕ ਸਬਜ਼ੀ ਵੇਚਣ ਵਾਲਾ ਇੱਕ ਗਰੀਬ ਇਨਸਾਨ ਉਹ ਇੱਥੋਂ ਦੀ ਲੰਘ ਰਿਹਾ ਸੀ। ਅਚਾਨਕ ਉਹਦੀ ਨਜ਼ਰ ਗੁਰਜੰਟ ਸਿੰਘ ਉੱਪਰ ਪੈ ਗਈ। ਗੁਰਜੰਟ ਸਿੰਘ ਨੇ ਵੀ ਇਹਨੂੰ ਪਛਾਣ ਕੇ ਇਹਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਘਰ ਜਾ ਕੇ ਸੁਨੇਹਾ ਦੇ ਦੇਈ ਕਿ ਗੁਰਜੰਟ ਸਿੰਘ ਚੜ੍ਹਦੀ ਕਲਾ ਵਿੱਚ ਹੈ। ਬਸ ਫਿਰ ਕੀ ਸੀ, ਗੁਰਜੰਟ ਸਿੰਘ ਦੇ ਘਰ ਇਸ ਸਬਜ਼ੀ ਵੇਚਣ ਵਾਲੇ ਗੁਰਜੰਟ ਸਿੰਘ ਦੇ ਪਿੰਡ ਦੇ ਬੰਦੇ ਨੇ ਆ ਖਬਰ ਦਿੱਤੀ। ਕਹਿਣ ਲੱਗਾ, ਬੇਬੇ ਜੀ ਘਬਰਾਉਣ ਦੀ ਲੋੜ ਨਹੀਂ, ਆਪਣਾ ਗੁਰਜੰਟ ਚੜ੍ਹਦੀ ਕਲਾ ਵਿੱਚ ਹੈ। ਬਸ ਫਿਰ ਕੀ ਸੀ, ਇਹਨਾਂ ਦੇ ਚਾਚੇ ਚੰਦ ਸਿੰਘ ਨੇ ਉਸੇ ਵਕਤ ਮੋਗੇ ਥਾਣੇ ਵਿੱਚ ਪਹੁੰਚ ਕੀਤੀ, ਗੁਰਜੰਟ ਸਿੰਘ ਦੇ ਨਾਲ ਮੁਲਾਕਾਤ ਕੀਤੀ। ਗੁਰਜੰਟ ਸਿੰਘ ਨੇ ਆਖਿਆ, ਚਾਚਾ ਜੀ ਘਬਰਾਉਣ ਦੀ ਗੱਲ ਨਹੀਂ, ਚੜ੍ਹਦੀ ਕਲਾ ਵਿੱਚ ਹਾਂ ਤੇ ਚੜ੍ਹਦੀ ਕਲਾ ਵਿੱਚ ਰਹਾਂਗਾ। ਇਸ ਤੋਂ ਬਾਅਦ ਗੁਰਜੰਟ ਸਿੰਘ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਲਗਭਗ 2 ਸਾਲ ਬੀਤ ਗਏ। 2 ਸਾਲ ਬੀਤਣ ਤੋਂ ਬਾਅਦ ਜਦੋਂ 1986 ਵਿੱਚ ਗੁਰਜੰਟ ਸਿੰਘ ਨੂੰ ਰਿਹਾ ਕੀਤਾ ਗਿਆ ਤੇ ਫਿਰ ਗੁਰਜੰਟ ਸਿੰਘ ਘਰ ਆਇਆ। ਇੱਕ ਧੰਨਾ ਸਿੰਘ ਰਾਊ ਕੇ ਪਿੰਡ ਦਾ ਉਹਨੂੰ ਸੋਧ ਦਿੱਤਾ ਗਿਆ। ਗੁਰਜੰਟ ਸਿੰਘ ਨੂੰ ਉਹਦੇ ਭਰਾ ਜਗਰੂਪ ਸਿੰਘ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਫਰੀਦਕੋਟ ਲਿਜਾਇਆ ਗਿਆ। ਫਰੀਦਕੋਟ ਦੇ ਥਾਣੇ ਵਿੱਚ ਰੱਖਣ ਤੋਂ ਬਾਅਦ ਆਖਰਕਾਰ ਗੱਲ ਸਾਹਮਣੇ ਆਈ ਕਿ ਉਸ ਨੂੰ ਗੁਰਜੰਟ ਸਿੰਘ ਜਾਂ ਜਗਰੂਪ ਸਿੰਘ ਨੇ ਨਹੀਂ ਮਾਰਿਆ, ਕੁਲਵੰਤ ਸਿੰਘ ਗੁਰਜੰਟ ਸਿੰਘ ਦੇ ਇੱਕ ਹੋਰ ਭਰਾ ਨੇ ਮਾਰਿਆ। ਕੁਲਵੰਤ ਸਿੰਘ ਨੂੰ ਪੇਸ਼ ਕਰਵਾ ਦਿੱਤਾ ਗਿਆ। ਗੁਰਜੰਟ ਸਿੰਘ ਤੇ ਜਗਰੂਪ ਸਿੰਘ ਛੱਡ ਦਿੱਤੇ ਗਏ। ਪਰ ਗੁਰਜੰਟ ਸਿੰਘ ਨੇ ਆਖਿਆ, ਭਾਈ ਜਗਰੂਪ ਸਿੰਘ ਅੱਜ ਦੀ ਰਾਤ ਘਰ ਨਾ ਪਈਏ, ਪੁਲਿਸ ਦਾ ਕੋਈ ਪਤਾ ਨਹੀਂ। ਇਹਨੇ ਆਖਿਆ, ਗੁਰਜੰਟ ਸਿੰਘ ਤੂੰ ਜਾਣਾ ਤਾਂ ਚਲਿਆ ਜਾ, ਪਰ ਮੈਂ ਕੁਝ ਕੀਤਾ ਨਹੀਂ ਤੇ ਮੈਂ ਘਰੋਂ ਕਿਉਂ ਭੱਜਾਂਗਾ? ਜੇ ਭੱਜਾਂਗਾ ਤੇ ਪੁਲਿਸ ਮੇਰੇ ਉੱਪਰ ਸ਼ੱਕ ਕਰੇਗੀ। ਗੁਰਜੰਟ ਸਿੰਘ ਘਰ ਨਹੀਂ ਪਿਆ, ਜਗਰੂਪ ਸਿੰਘ ਭਾਵੇਂ ਘਰ ਰਿਹਾ, ਪਰ ਉਸੇ ਰਾਤ ਪੁਲਿਸ ਦੀ ਰੇਡ ਪੈ ਗਈ। ਫਿਰ ਉਸ ਤੋਂ ਬਾਅਦ ਗੁਰਜੰਟ ਸਿੰਘ ਦੇ ਘਰਦਿਆਂ ਨੂੰ ਹਮੇਸ਼ਾ ਲਈ ਫਤਿਹ ਬੁਲਾ ਦਿੱਤੀ। ਵਰਿਆਮ ਸਿੰਘ ਖੱਪਿਆਂਵਾਲੀ ਦੇ ਸੰਪਰਕ ਵਿੱਚ ਆ ਗਿਆ, ਸਿੱਖ ਸੰਘਰਸ਼ ਵਿੱਚ ਕੁੱਦ ਪਿਆ। ਗੁਰਜੰਟ ਸਿੰਘ ਨੇ ਹੁਣ ਪੰਥ ਲਈ ਕੁਝ ਕਰਨਾ ਮਨ ਵਿੱਚ ਤਹਈਆ ਕੀਤਾ ਹੈ। 1984 ਦਾ ਸਾਕਾ ਜੋ ਕੁਝ ਵਾਪਰਿਆ, ਜੇਲ੍ਹ ਵਿੱਚ ਇਹਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ। ਇਹਦੇ ਮਨ ਵਿੱਚ ਵੀ ਉਹ ਜਜ਼ਬਾ ਭਾਰੂ ਹੋ ਚੁੱਕਾ ਸੀ ਜਿਹੜਾ ਹਰ ਇੱਕ ਨੌਜਵਾਨ ਦੇ, ਹਰ ਇੱਕ ਸਿੱਖ ਦੇ ਮਨ ਵਿੱਚ 1984 ਦੇ ਘੱਲੂਘਾਰੇ ਤੋਂ ਬਾਅਦ ਭਾਰੂ ਹੋ ਗਿਆ ਸੀ। ਇਹਦੇ ਜਜ਼ਬਾਤਾਂ ਨੂੰ ਲਾਂਭੂ ਲੱਗ ਚੁੱਕਾ ਸੀ। ਗੁਰਜੰਟ ਸਿੰਘ ਵਰਿਆਮ ਸਿੰਘ ਖੱਪਿਆਂਵਾਲੀ ਦੇ ਨਾਲ ਸਿੱਖ ਸੰਘਰਸ਼ ਵਿੱਚ ਕੁੱਦਿਆ। ਇਹਨੇ ਬੜੇ ਮਾਰ ਕੇ ਮਾਰੇ, ਬੜੇ ਪੰਥ ਦੋਖੀਆਂ ਨੂੰ ਗੱਡੀ ਚਾੜਿਆ। ਆਖਿਰਕਾਰ ਜਦੋਂ ਗੁਰਜੰਟ ਸਿੰਘ ਘਰੋਂ ਚਲਾ ਗਿਆ ਤੇ ਪਰਿਵਾਰ ਨੂੰ ਪੁਲਿਸ ਨੇ ਫਿਰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੇ ਜ਼ਮਾਨਤ ਦੇ ਕੇ ਪਿੰਡ ਦੇ ਮੋਹਤਵਰ ਸੱਜਣਾ ਨੇ, ਪੰਚਾਇਤ ਨੇ ਗੁਰਜੰਟ ਸਿੰਘ ਨੂੰ ਛੁਡਵਾਇਆ ਸੀ। ਪੁਲਿਸ ਵਾਲੇ ਕਹਿ ਰਹੇ ਸਨ, ਤੁਸੀਂ ਜ਼ਮਾਨਤ ਦਿੱਤੀ ਸੀ, ਹੁਣ ਗੁਰਜੰਟ ਭੱਜ ਗਿਆ। ਤੇ ਪਿੰਡ ਵਾਲੇ, ਪੰਚਾਇਤ ਵਾਲੇ ਕਹਿ ਰਹੇ ਸਨ, ਗੁਰਜੰਟ ਤੇ ਬਸ ਦੀ ਗੱਲ ਨਹੀਂ, ਉਹਨੂੰ ਇੱਕ ਰਾਤ ਵੀ ਤੁਸੀਂ ਘਰੇ ਨਹੀਂ ਕੱਟਣ ਦਿੱਤੀ। ਉਸੇ ਰਾਤ ਫਿਰ ਛਾਪਾ ਮਾਰ ਲਿਆ, ਉਹ ਭੱਜੇ ਨਾ ਤਾਂ ਹੋਰ ਕੀ ਕਰੇਗਾ। ਹੁਣ ਆਖਿਰਕਾਰ ਗੱਲ ਇੱਥੇ ਆ ਖਲੋਤੀ, ਘਰੇ ਛਾਪੇ ਪੈਣ ਲੱਗੇ। ਖਾਸ ਤੌਰ ਤੇ ਬਾਘੇ ਪੁਰਾਣੇ ਥਾਣੇਦਾਰ ਮਿੱਤੂ, ਉਹਨੇ ਪਰਿਵਾਰ ਦੇ ਨੱਕ ਵਿੱਚ ਦਮ ਕਰ ਦਿੱਤਾ। ਪਰਿਵਾਰ ਦੇ ਮੈਂਬਰ ਘਰ-ਬਾਰ ਛੱਡ ਕੇ ਰਿਸ਼ਤੇਦਾਰੀਆਂ ਵਿੱਚ ਚਲੇ ਗਏ। ਪਰ ਜਿਹੜਾ ਮੈਂਬਰ ਵੀ ਇਹਨੂੰ ਘਰ ਵਿੱਚ ਮਿਲਦਾ ਉਹਨੂੰ ਗ੍ਰਿਫਤਾਰ ਕਰ ਲੈਂਦਾ ਸੀ, ਤਸ਼ੱਦਦ ਕਰਦਾ ਸੀ। ਖਾਸ ਤੌਰ ਤੇ ਗੁਰਜੰਟ ਸਿੰਘ ਦੇ ਪਿਤਾ ਜੀ ਸਰਦਾਰ ਨਛੱਤਰ ਸਿੰਘ ਹੋਰਾਂ ਨੂੰ ਇਹਨੇ ਬਾਘੇ ਪੁਰਾਣੇ ਥਾਣੇ 'ਤੇ ਜਾ ਕੇ ਬੜਾ ਤਸ਼ੱਦਦ ਕੀਤਾ। ਇਹਨੇ ਸੜਕ ਉੱਪਰ ਜਿੱਥੇ ਤਾਜ਼ੀ ਲੁੱਕ ਪਈ ਸੀ, ਗਰਮੀ ਦੇ ਮਹੀਨੇ, ਬਾਪੂ ਨਛੱਤਰ ਸਿੰਘ ਹੋਰਾਂ ਨੂੰ ਉਸ ਸੜਕ ਉੱਪਰ ਲਿਟਾ ਕੇ ਡਾਂਗਾਂ ਨਾਲ ਬੜਾ ਕੁੱਟਿਆ। ਪਰ ਬਾਪੂ ਨਛੱਤਰ ਸਿੰਘ ਆਪਣੀ ਜ਼ੁਬਾਨ ਤੋਂ ਕਹਿੰਦਾ ਰਿਹਾ, ਮਿੱਤੂ ਇੱਕ ਨਾ ਇੱਕ ਦਿਨ ਗੁਰਜੰਟਾ ਤੈਨੂੰ ਮਿਲੇਗਾ ਜ਼ਰੂਰ। ਬਾਪੂ ਨੇ ਵੀ ਸਿੱਖ ਨਹੀਂ ਛੱਡਿਆ ਤੇ ਇਧਰ ਮਿੱਤੂ ਨੇ ਵੀ ਬਾਪੂ ਨੂੰ ਕੁੱਟਣ ਵਾਲੀ ਕੋਈ ਕਸਰ ਨਾ ਛੱਡੀ। ਆਖਿਰਕਾਰ ਘਰ ਦੇ ਹਾਲਾਤ ਇਹ ਹੋ ਗਏ, ਘਰ ਵਿੱਚ ਮੰਜਾ ਜਾਂ ਪੀੜੀ ਵੀ ਬਾਕੀ ਨਾ ਰਹਿ ਗਿਆ। ਘਰ ਦਾ ਸਾਰਾ ਸਮਾਨ, ਗੁਰਜੰਟ ਸਿੰਘ ਹੋਰਾਂ ਦੀ ਦਾਦੀ ਜੀ ਬਸੰਤ ਕੌਰ ਦਾ ਸੰਦੂਕ, ਘਰ ਵਿੱਚ ਜੋ ਕੁਝ ਵੀ ਸੀ, ਸਾਰੇ ਲੀੜੇ ਕੱਪੜੇ ਵੀ ਇਹ ਪਾਪੀ ਮਿੱਤੂ ਲੈ ਗਿਆ। ਇੱਥੋਂ ਤੱਕ ਕਿ ਇਹਨੇ ਘਰ ਦੇ ਦਰਵਾਜ਼ੇ ਵੱਡੇ ਗੇਟ ਵੀ ਲਾ ਲਏ। ਘਰ ਵਿੱਚ ਪਾਣੀ ਵਾਲਾ ਜਿਹੜਾ ਨਲਕਾ ਲੱਗਾ ਹੋਇਆ ਸੀ ਉਹ ਵੀ ਪੁੱਟ ਲਿਆ। ਜਦੋਂ ਗੱਲ ਇੱਥੇ ਆ ਖੜੋਤੀ, ਹੁਣ ਸਾਥੀ ਸਿੰਘ ਗੁਰਜੰਟ ਸਿੰਘ ਨੂੰ ਕਹਿ ਰਹੇ ਸਨ, ਗੁਰਜੰਟ ਸਿੰਘ ਜੀ ਜਥੇਦਾਰ ਜੀ, ਹਾਲਾਤ ਬੜੇ ਮਾੜੇ ਨੇ, ਤੁਹਾਡੇ ਘਰ ਵਿੱਚ ਮਿੰਦ ਸਿੰਘ ਥਾਣੇਦਾਰ ਛਾਪੇ ਮਾਰਦਾ, ਪਰਿਵਾਰ ਨੂੰ ਤੰਗ ਕਰਦਾ,
घर का हाल बड़ा माड़ा हो चुका, सानू कुछ करना चाहिए। पर गुरजंट सिंह कहता सी नहीं, इस तरह कुछ नहीं करना, असी पंथक सेवा में जुटे हाँ, असी अपने घरदियां दे नाल होड़े जां वधीकियां दे बदले नहीं लेने। लोग की कहणगे, साडा फर्ज है कौम नाल जिहड़ा धक्का हो रहा है उस धक्के के खिलाफ हथियार चुके ने, ते असी पंथ दोखियां नूं सोधांगे, अपने परिवार के नाल होई धक्केशाही के बदले नहीं लेने। पर इधर हुण इहदे नाल गुरजंट सिंह बुद्ध सिंह वाले का एक साथी है, डाले पिंड का हुसन सिंह हुसना जिन्होंने आख्या जाता है, वो जो इलाके में आया तो पिंड वालियां ने, इलाके के लोगों ने हुसने नूं आख्या, हुसनिया तुसीं बड़े फिरदे हो वड्डे खाड़कू, पर तुहाडे जथेदार गुरजंट सिंह के घर का की हाल है, तुसीं एक थानेदार तो बदला नहीं लै सकते, लानत इहो जिहे खाड़कुआं दे। जिवें इलाके वालियां ने गुरजंट सिंह बुद्ध सिंह वाले के साथी हुसन सिंह हुसने नूं कुछ गल्लां कह के ਉਹਦੇ अंदर दी अणख नूं वंगारिया, उस वारता नूं जगदेव सिंह जात दा ढाडी जत्था इउं बयान
ਮਾਰੀ ਹੋਰੇ ਕੀਨੂੰ ਥਾਣੇ ਲੈ ਜੂ ਜਗ ਮੁਸਟੰਡਾ ਹੋਰੇ ਕੀਨੂੰ ਥਾਣੇ ਲੈ ਜੂ ਜਗ ਮੁਸਟੰਡਾ ਐਸ ਮਿੱਤੂ ਭਾਬੀ ਦਾ ਹੁਸਨਿਆ ਕਦੋਂ ਕਟੋਗੇ ਕੰਡਾ ਐਸ ਮਿੱਤੂ ਭਾਬੀ ਦਾ ਹੁਸਨਿਆ ਕਦੋਂ ਕਟੋਗੇ ਕੰਡਾ ਬਸ ਗੱਲੀ ਬਾਤੀ ਖਾੜਕੂ ਕਦ ਨੂੰ ਤੁਸੀਂ ਕਹੋਗੇ ਉਹਨਾਂ ਚਿਰ ਮੰਨੀਏ ਨਾ ਸੋਦਾ ਜਦੋਂ ਤੱਕ ਨਾ ਲਾਉਂਗੇ ਉਹਨਾਂ ਚਿਰ ਮੰਨੀਏ ਨਾ ਸੋਦਾ ਜਦੋਂ ਤੱਕ ਨਾ ਲਾਉਂਗੇ ਆਉਂਦੀ ਨਾ ਸਮਝ ਕਿਉਂ ਥੋੜਾ ਹੁਣ ਹੋ ਗਿਆ ਠੰਡਾ ਆਉਂਦੀ ਨਾ ਸਮਝ ਕਿਉਂ ਥੋੜਾ ਹੁਣ ਹੋ ਗਿਆ ਠੰਡਾ ਐਸ ਮਿੱਤੂ ਭਾਬੀ ਦਾ ਹੁਸਨਿਆ ਕਦੋਂ ਕਟੋਗੇ ਕੰਡਾ ਐਸ ਮਿੱਤੂ ਭਾਬੀ ਦਾ ਹੁਸਨਿਆ ਕਦੋਂ ਕਟੋਗੇ ਕੰਡਾ ਤੂੰ ਆਪਣੇ ਆਖੂ ਨੂੰ ਕਹਿਦੀ ਛੇਤੀ ਵਿਆਹ ਬਣਾਵੇ ਐ ਮੇਰਾ ਹੋਰ ਕਿਤੇ ਉਹਦੇ ਘਰ ਚੌਕੀ ਬਣ ਜਾਵੇ ਐ ਮੇਰਾ ਹੋਰ ਕਿਤੇ ਉਹਦੇ ਘਰ ਚੌਕੀ ਬਣ ਜਾਵੇ ਜਾਜਕ ਦਸਮੇਸ਼ ਦਿਓ ਕਰਕੇ ਚਾਰਾ ਕੱਢੋ ਝੰਡਾ ਜਾਜਕ ਦਸਮੇਸ਼ ਦਿਓ ਕਰਕੇ ਚਾਰਾ ਕੱਢੋ ਝੰਡਾ ਐਸ ਮਿੱਤੂ ਭਾਬੀ ਦਾ ਹੁਸਨਿਆ ਕਦੋਂ ਕਟੋਗੇ ਕੰਡਾ ਐਸ ਮਿੱਤੂ ਭਾਬੀ ਦਾ ਹੁਸਨਿਆ ਕਦੋਂ ਕਟੋਗੇ ਕੰਡਾ ਐਸ ਮਿੱਤੂ ਭਾਬੀ ਦਾ ਹੁਸਨਿਆ ਕਦੋਂ ਕਟੋਗੇ ਕੰਡਾ ਇਲਾਕੇ ਦੇ ਲੋਕਾਂ ਨੇ ਹੁਸਨ ਸਿੰਘ ਨੂੰ ਆਖਿਆ, ਹੁਸਨਿਆ ਤੁਹਾਡੇ ਕੋਲੋਂ ਇੱਕ ਮਿੰਤ ਸਿੰਘ ਥਾਣੇਦਾਰ ਨਹੀਂ ਸੋਧਿਆ ਜਾਂਦਾ। ਗੁਰਜੰਟ ਸਿੰਘ ਦੇ ਘਰ ਦਾ ਕੀ ਹਾਲ ਬਣਾ ਦਿੱਤਾ ਹੈ, ਬਾਪੂ ਤੁਰਨ ਤੋਂ ਆਰੀ ਕਰ ਦਿੱਤਾ ਹੈ, ਤੁਸੀਂ ਹਾਲੇ ਵੀ ਭਲਮਾਨਸੀ ਵਰਤ ਰਹੇ ਹੋ। ਹੁਸਨਾ ਰੋਹ ਵਿੱਚ ਆ ਗਏ ਨੇ, ਆਖਿਆ ਕੋਈ ਗੱਲ ਨਹੀਂ, ਹੁਣ ਬੜੀ ਜਲਦੀ ਤੁਹਾਨੂੰ ਮਿੱਤੂ ਦੀ ਮੌਤ ਦੀ ਖਬਰ ਮਿਲੇਗੀ। ਜਦੋਂ ਹੁਸਨ ਸਿੰਘ ਜਥੇਦਾਰ ਗੁਰਜੰਟ ਸਿੰਘ ਨੂੰ ਮਿਲਿਆ, ਇਹਨੇ ਆਖਿਆ ਜਥੇਦਾਰ ਸਾਹਿਬ ਹੁਣ ਪਾਣੀ ਸਿਰ ਤੋਂ ਲੰਘ ਗਿਆ, ਹੁਣ ਸਾਨੂੰ ਕੁਝ ਕਰਨਾ ਪਵੇਗਾ। ਇਹ ਮਿੱਤੂ ਥਾਣੇਦਾਰ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ, ਇਹਨੂੰ ਹੁਣ ਬਹੁਤੀ ਦੇਰ ਇਸ ਧਰਤੀ ਤੇ ਜਿਉਣ ਦਾ ਹੱਕ ਨਹੀਂ। ਗੁਰਜੰਟ ਸਿੰਘ ਕਹਿਣ ਲੱਗਾ, ਉਹ ਹੁਸਨ ਸਿਆ ਮੈਨੂੰ ਵੀ ਪਤਾ ਹੈ ਇਹਨੇ ਬਹੁਤ ਵਧੀਕੀਆਂ ਕੀਤੀਆਂ ਨੇ, ਪਰ ਜਿਸ ਤਰ੍ਹਾਂ ਅਸੀਂ ਬਦਲਾ ਲਵਾਂਗੇ ਤੇ ਲੋਕ ਆਖਣਗੇ ਆਪਣੇ ਪਿਓ ਦੇ ਉੱਪਰ ਹੋਏ ਤਸ਼ੱਦਦ ਦਾ ਗੁਰਜੰਟ ਸਿੰਘ ਨੇ ਬਦਲਾ ਲਿਆ। ਸਾਡਾ ਮਕਸਦ ਕੁਝ ਹੋਰ ਹੈ। ਸੱਚਮੁੱਚ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਉਹ ਜੁਝਾਰੂ ਸੀ ਜਿਹੜਾ ਲੋਕਾਂ ਲਈ ਮਸੀਹਾ ਸੀ, ਜਿਸ ਦੇ ਦਰਸ਼ਨਾਂ ਲਈ ਲੋਕ ਤਰਸਦੇ ਸਨ, ਜਿਸ ਨੂੰ ਲੋਕ ਆਪਣੀਆਂ ਪਲਕਾਂ ਤੇ ਬਿਠਾਉਂਦੇ ਸਨ, ਜਿਹੜੇ ਆਪਣੇ ਜੀਵਨ ਵਿੱਚ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਸੀ ਕਰਦਾ। ਸੱਚਮੁੱਚ ਇੱਕ ਵਾਰ ਗੁਰਜੰਟ ਸਿੰਘ ਘਰੋਂ ਜਾਣ ਤੋਂ ਬਾਅਦ ਪਰਿਵਾਰ ਨੂੰ ਮਿਲਣ ਲਈ ਆਇਆ, ਜਦੋਂ ਉਹਦੇ ਹੱਥ ਵਿੱਚ ਹਥਿਆਰ ਸੀ। ਘਰ ਵਿੱਚ ਪਰਿਵਾਰ ਦੇ ਮੈਂਬਰ ਬੈਠੇ ਨੇ ਤੇ ਗੁਰਜੰਟ ਸਿੰਘ ਹੋਰਾਂ ਦੀ ਦਾਦੀ ਮਾਤਾ ਬਸੰਤ ਕੌਰ ਕਹਿਣ ਲੱਗੀ, ਵੇ ਜੰਟਿਆ, ਆਪਣਾ ਬੜੀ ਦੇਰ ਦਾ ਜ਼ਮੀਨ ਦਾ ਝਗੜਾ ਚੱਲ ਰਿਹਾ, ਤੇਰੇ ਬਾਪੂ ਤੇ ਚਾਚੇ ਹੁਣੀ ਕਚਹਿਰੀਆਂ ਦੇ ਚੱਕਰ ਮਾਰਦੇ ਰਹਿੰਦੇ ਆ, ਤੇਰੀ ਇੰਨੀ ਚੱਲਦੀ ਹੈ, ਲੋਕ ਤੇਰੇ ਨਾਂ ਤੋਂ ਥਰ ਥਰ ਕੰਬਦੇ ਨੇ,
ਤੂੰ ਜ਼ਮੀਨ ਦਾ ਰੌਲਾ ਕਿਉਂ ਨਹੀਂ ਮੁਕਾ ਦਿੰਦਾ? ਤੇ ਗੁਰਜੰਟ ਸਿੰਘ ਕਹਿਣ ਲੱਗਾ, ਬੇਬੇ ਇਹ ਹਥਿਆਰ ਜ਼ਮੀਨਾਂ ਦੇ ਰੌਲੇ ਮੁਕਾਉਣ ਨੂੰ ਨਹੀਂ ਚੁੱਕੇ। ਸੱਚਮੁੱਚ ਬੜੇ ਲੋਕ ਸਨ ਜਿਨ੍ਹਾਂ ਨੇ ਆਪਣੀਆਂ ਨਿੱਜੀ ਦੁਸ਼ਮਣੀਆਂ ਕੱਢੀਆਂ, ਪਰ ਗੁਰਜੰਟ ਸਿੰਘ ਨੇ ਆਖਿਆ, ਬੇਬੇ ਮੈਂ ਜ਼ਮੀਨਾਂ ਦੇ ਰੌਲੇ ਮੁਕਾਉਣ ਲਈ ਘਰੋਂ ਨਹੀਂ ਨਿਕਲਿਆ, ਮੈਂ ਜਿਹੜੀ ਪੰਥ ਦੇ ਸਿਰ ਵਿਪਤਾ ਪਈ ਹੈ ਉਸ ਵਿਪਤਾ ਦਾ ਹੱਲ ਕਰਨ ਲਈ ਘਰੋਂ ਨਿਕਲਿਆ ਹਾਂ। ਮਾਂ ਕਹਿਣ ਲੱਗੀ, ਦਾਦੀ ਕਹਿਣ ਲੱਗੀ ਬਸੰਤ ਕੌਰ, ਵੇ ਜੰਟਾ ਤੇਰਾ ਜ਼ਮੀਨ ਵਿੱਚ ਹਿੱਸਾ ਨਹੀਂ? ਤੇ ਗੁਰਜੰਟ ਸਿੰਘ ਕਹਿਣ ਲੱਗਾ, ਬੇਬੇ ਤੂੰ ਜ਼ਮੀਨ ਵਿੱਚ ਹਿੱਸੇ ਦੀ ਗੱਲ ਕਰਨੀ ਹੈ, ਮੇਰਾ ਤਾਂ ਇਸ ਪਿੰਡ ਦੇ ਸਿਰਿਆਂ ਵਿੱਚ ਵੀ ਹਿੱਸਾ ਨਹੀਂ। ਬਸ ਇਹੋ ਜਿਹਾ ਸੀ ਗੁਰਜੰਟ ਸਿੰਘ। ਇੱਕ ਵਾਰ ਅਸੂਲਾਂ ਵਾਲਾ ਬੰਦਾ, ਅਸੂਲਾਂ ਵਾਲਾ ਜੁਝਾਰੂ, ਇੱਕ ਵਾਰ ਗੁਰਜੰਟ ਸਿੰਘ ਹੋਰਾਂ ਦਾ ਸਾਥੀ ਰਣਧੀਰ ਸਿੰਘ ਧੀਰਾ ਗ੍ਰਿਫਤਾਰ ਕਰ ਲਿਆ ਗਿਆ ਫਰੀਦਕੋਟ ਪੁਲਿਸ ਵੱਲੋਂ। ਤੇ ਰਣਧੀਰ ਸਿੰਘ ਧੀਰੇ ਦੀ ਗ੍ਰਿਫਤਾਰੀ ਦੀ ਖਬਰ ਜਦੋਂ ਗੁਰਜੰਟ ਸਿੰਘ ਦੇ ਕੰਨਾਂ ਵਿੱਚ ਪਈ, ਇਹਨੇ ਉਸੇ ਵਕਤ ਆਪਣੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਇਹਦੇ ਸਾਥੀਆਂ ਨੇ ਫਰੀਦਕੋਟ ਦੇ ਐਸਐਸਪੀ ਦੇਸ ਰਾਜ ਦਾ 7-8 ਸਾਲ ਦਾ ਬੱਚਾ ਸਕੂਲ ਵਿੱਚੋਂ ਅਗਵਾ ਕਰ ਲਿਆ। ਪਰ ਮੈਂ ਗੱਲ ਕਰ ਰਿਹਾ ਹਾਂ ਅਸੂਲਾਂ ਦੀ। ਪਰ ਬੱਚੇ ਨੂੰ ਇਹਨੇ ਪਿਆਰ ਨਾਲ ਰੱਖਿਆ, ਇਹਨੇ ਲਾਡ ਲੜਾਏ। ਜਿਸ ਦਿਨ ਬੱਚੇ ਨੂੰ ਛੱਡਿਆ ਗਿਆ, ਘਰ ਵਾਲਿਆਂ ਕੋਲ ਬੱਚਾ ਕਈ ਦਿਨਾਂ ਬਾਅਦ ਆਇਆ ਸੀ। ਮਾਂ-ਬਾਪ ਤਰਸੇ ਪਏ ਸਨ ਕਿ ਕਦੋਂ ਬੱਚਾ ਘਰ ਆਵੇ, ਬੱਚੇ ਨੂੰ ਕੁਝ ਹੋ ਨਾ ਜਾਏ, ਜਾਨੋਂ ਨਾ ਮਾਰ ਦੇਣ। ਪਰ ਬੱਚਾ ਮਾਂ-ਬਾਪ ਕੋਲੋਂ ਛੁੱਟ ਕੇ, ਹਾਲਾਂਕਿ ਬੱਚਾ ਕਈ ਦਿਨ ਮਾਂ-ਬਾਪ ਤੋਂ ਦੂਰ ਰਿਹਾ, ਤੇ ਜਦੋਂ ਬੱਚਾ ਮਾਂ-ਬਾਪ ਤੋਂ ਵਿਛੜ ਜਾਏ ਤੇ ਵਿਛੋੜੇ ਤੋਂ ਬਾਅਦ ਦੁਬਾਰਾ ਮਿਲੇ ਤੇ ਬੱਚਾ ਡੜਿਆ ਕੇ ਮਾਂ ਦੇ ਗਲ ਨੂੰ ਚਿੰਬੜ ਜਾਂਦਾ। ਪਰ ਉਹ ਬੱਚਾ ਕਹਿ ਰਿਹਾ ਸੀ, ਮੈਂ ਅੰਕਲ ਹੋਰਾਂ ਕੋਲੇ ਜਾਣਾ ਹੈ, ਉਹ ਮੈਨੂੰ ਬੜਾ ਪਿਆਰ ਕਰਦੇ ਨੇ, ਮੈਨੂੰ ਖਿਡੌਣੇ ਲੈ ਕੇ ਦਿੰਦੇ ਸਨ, ਮੈਨੂੰ ਮਠਿਆਈਆਂ ਦਿੰਦੇ ਸਨ, ਮੈਨੂੰ ਬੜੇ ਲਾਡ ਲਡਾਉਂਦੇ ਸਨ। ਗੁਰਜੰਟ ਸਿੰਘ ਹੋਰਾਂ ਨੇ ਇੱਕ ਐਸਐਸਪੀ ਦਾ ਸਿੱਧੇ ਲਫ਼ਜ਼ਾਂ ਵਿੱਚ ਆਪਣੇ ਦੁਸ਼ਮਣ ਦਾ ਬੱਚਾ ਚੱਕਿਆ, ਪਰ ਉਸ ਬੱਚੇ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਜੇ ਉਹਨਾਂ ਦਾ ਸਾਥੀ ਛੱਡ ਦਿੱਤਾ ਤੇ ਬੱਚਾ ਵੀ ਛੱਡ ਦਿੱਤਾ। ਇੱਕ ਵੱਡਾ ਕਾਂਡ ਹੋਰ ਹੋਇਆ 1988 ਵਿੱਚ, ਜਦੋਂ ਅਵਤਾਰ ਸਿੰਘ ਬ੍ਰਹਮਾ ਚੜ੍ਹਾਈ ਕਰ ਗਏ ਤੇ ਅਵਤਾਰ ਸਿੰਘ ਬ੍ਰਹਮਾ ਦੀ ਅੰਤਮ ਅਰਦਾਸ ਤੇ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਮੰਨ ਲਿਆ ਗਿਆ। ਦਸਤਾਰਬੰਦੀ ਹੋ ਗਈ। ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੇ ਬੜੇ ਐਕਸ਼ਨ ਕੀਤੇ, ਤੇ ਜਿਹੜੇ ਐਕਸ਼ਨ ਉਸ ਜੁਝਾਰੂ ਯੋਧੇ ਨੇ ਕੀਤੇ, ਵੱਡੇ ਵੱਡੇ ਪੜ੍ਹੇ ਲਿਖੇ ਸੋਚੀ ਪੈ ਜਾਂਦੇ ਸਨ। ਜਿੱਥੇ ਪੜ੍ਹੇ ਲਿਖਿਆਂ ਦੇ ਦਿਮਾਗ ਕੰਮ ਕਰਨਾ ਛੱਡ ਦਿੰਦੇ ਸਨ, ਉੱਥੇ ਬਿਲਕੁਲ ਕੋਰਾ ਅਨਪੜ੍ਹ ਗੁਰਜੰਟ ਸਿੰਘ, ਜਿਹੜਾ ਕਦੇ ਸਕੂਲ ਨਹੀਂ ਗਿਆ ਸੀ, ਬੇਸ਼ੱਕ ਆਖਿਆ ਜਾਂਦਾ ਹੈ ਕਿ ਉਹ 5 ਪੜ੍ਹਿਆ ਸੀ, ਪਰ ਪਰਿਵਾਰਕ ਮੈਂਬਰ ਦੱਸਦੇ ਨੇ ਕਿ ਬਿਲਕੁਲ ਵੀ ਸਕੂਲ ਨਹੀਂ ਗਿਆ ਸੀ, ਅਨਪੜ੍ਹ ਸੀ, ਪਰ ਕੋਰਾ ਅਨਪੜ੍ਹ ਇੰਨਾ ਤੇਜ਼ ਤਰਾਰ ਪੜ੍ਹੇ ਲਿਖਿਆਂ ਨੂੰ ਮਾਤ ਪਾਉਂਦਾ ਸੀ। ਜਦੋਂ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿੱਦਾ, ਜਿਨ੍ਹਾਂ ਨੇ ਵੈਦਿਆਂ ਨੂੰ ਸੋਧਿਆ ਸੀ, ਉਹ ਜੇਲ੍ਹ ਵਿੱਚ ਬੰਦ ਸਨ, ਤੇ ਉਹਨਾਂ ਦੀ ਰਿਹਾਈ ਲਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਬਾਕੀ ਜੁਝਾਰੂਆਂ ਨੇ ਇੱਕ ਵਿਉਂਤ ਬਣਾਈ, ਜਿਸ ਵਿਉਂਤ ਦਾ ਮਾਸਟਰਮਾਈਂਡ ਸੀ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ। ਉਹ ਵਿਉਂਤ ਸੀ ਕਿ ਰੋਮਾਨੀਆ ਦਾ ਰਾਜਦੂਤ ਲਿਵੀਓ ਰਾਦੂ ਅਗਵਾ ਕੀਤਾ ਜਾਏ। ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੀ ਬਣਾਈ ਹੋਈ ਵਿਉਂਤ ਮੁਤਾਬਕ ਹਰੀ ਸਿੰਘ ਹੋਰਾਂ ਨੇ ਉਸ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ, ਉਹਨੂੰ ਦੁੱਧ ਵਾਲੀ ਗੱਡੀ ਵਿੱਚ ਬਿਠਾ ਕੇ ਪੰਜਾਬ ਲੈ ਆਏ ਤੇ ਪੰਜਾਬ ਵਿੱਚ ਕਿਸੇ ਪਿੰਡ ਵਿੱਚ ਰੱਖਿਆ। ਪਰ 50 ਦਿਨ ਉਹਨੂੰ ਕੋਲ ਰੱਖਿਆ, ਉਹਨੂੰ ਬੜਾ ਆਰਾਮ ਨਾਲ ਰੱਖਿਆ, ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ। ਰਾਜੂ ਬੜਾ ਪ੍ਰਭਾਵਿਤ ਹੋਇਆ। ਹਾਲਾਂਕਿ ਉਹਨੂੰ ਰੱਖਣ ਤੇ, ਉਹਨੂੰ ਅਗਵਾ ਕਰਨ ਤੇ ਸਰਕਾਰੀ ਦਾਅਵੇ ਮੁਤਾਬਕ 1.5 ਕਰੋੜ ਰੁਪਇਆ ਸਿੰਘਾਂ ਦਾ ਖਰਚਾ ਆਇਆ ਸੀ। ਰੋਮਾਨੀਆ ਦਾ ਰਾਜਦੂਤ ਰਾਜੂ ਸਿੰਘਾਂ ਨੇ ਬਾਅਦ ਵਿੱਚ ਛੱਡ ਵੀ ਦਿੱਤਾ। ਖੈਰ, ਗੁਰਜੰਟ ਸਿੰਘ ਅਸੂਲਾਂ ਵਾਲਾ ਬੰਦਾ ਸੀ। ਜੇ ਉਹ ਕਿਸੇ ਨੂੰ ਅਗਵਾ ਕਰਦਾ ਸੀ, ਇਹ ਨਹੀਂ ਸੀ ਕਿ ਜਾਨੋਂ ਮਾਰ ਦੇਣਾ, ਅਗਵਾ ਕਰਦਾ ਸੀ ਆਪਣਾ ਮਕਸਦ ਪੂਰਾ ਹੋ ਜਾਣ ਤੇ ਉਸ ਅਗਵਾ ਕਰਨ ਵਾਲੇ ਨੂੰ ਛੱਡ ਵੀ, ਅਗਵਾ ਕੀਤੇ ਹੋਏ ਮਨੁੱਖ ਨੂੰ ਛੱਡ ਵੀ ਦਿੱਤਾ ਜਾਂਦਾ ਸੀ। ਆਖਿਰਕਾਰ ਸਮਾਂ ਆਪਣੀ ਚਾਲੇ ਚੱਲਦਾ ਗਿਆ। ਗੁਰਜੰਟ ਸਿੰਘ ਨੇ ਬੜੇ ਕਾਰਨਾਮੇ ਕੀਤੇ। ਜਿਹੜਾ ਵੀ ਕਾਰਨਾਮਾ ਕਰਦਾ ਬੜੀ ਸਫਾਈ ਨਾਲ ਕਰਦਾ, ਕਿਸੇ ਨਿਰਦੋਸ਼ ਨੂੰ ਨਾ ਮਰਨ ਦਿੰਦਾ। ਆਖਿਰਕਾਰ ਆਪਣੀ ਚਾਲੇ ਸਮਾਂ ਚੱਲਦਾ ਜਾ ਰਿਹਾ ਸੀ। ਸਿੱਖ ਸੰਘਰਸ਼ ਦੇ ਕਈ ਵੱਡੇ ਨਾਮ, ਕਈ ਵੱਡੇ ਜੁਝਾਰੂ ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ। ਹੁਣ ਸਰਕਾਰ ਦੀ ਨਜ਼ਰ ਵਿੱਚ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਰੜਕ ਰਿਹਾ ਸੀ। ਪਰ ਇਸ ਤੋਂ ਪਹਿਲਾਂ ਮੈਂ ਜ਼ਿਕਰ ਕਰ ਰਿਹਾ ਹਾਂ ਕਿ ਗੁਰਜੰਟ ਸਿੰਘ ਅਸੂਲਾਂ ਵਾਲਾ ਬੰਦਾ ਸੀ। ਉਹਨੇ ਕਦੇ ਵੀ ਇਹੋ ਜਿਹਾ ਕੰਮ ਨਹੀਂ ਸੀ ਕੀਤਾ ਜਿਸ ਕੰਮ ਕਰਕੇ ਲੋਕਾਂ ਵਿੱਚ, ਉਹਨੂੰ ਪਿਆਰ ਕਰਨ ਵਾਲਿਆਂ ਵਿੱਚ ਉਸ ਦੀ ਬਦਨਾਮੀ ਹੋਵੇ, ਉਹਦੇ ਮੱਥੇ ਤੇ ਕੋਈ ਕਲੰਕ ਲੱਗੇ।
ਹੁਣ ਜਦੋਂ ਹੁਸਨੇ ਨੇ ਆਖਿਆ ਗੁਰਜੰਟ ਸਿੰਘ ਜਥੇਦਾਰ ਜੀ ਸਾਨੂੰ ਕੁਝ ਕਰਨਾ ਪਵੇਗਾ, ਤੇ ਗੁਰਜੰਟ ਸਿੰਘ ਕਹਿਣ ਲੱਗਾ ਇਸ ਤਰ੍ਹਾਂ ਨਹੀਂ। ਪਰ ਸਮਾਂ ਆਇਆ ਜਦੋਂ ਮਿੱਤ ਸਿੰਘ ਥਾਣੇਦਾਰ ਨੇ ਇੱਕ ਬਹੁਤ ਵੱਡਾ ਭੈੜਾ ਕਾਰਾ ਕੀਤਾ, ਮਾੜੀ ਕਰਤੂਤ ਕੀਤੀ। ਉਹਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਘਰ ਉੱਪਰ ਹਮਲਾ ਬੋਲ ਦਿੱਤਾ। ਫਿਰ ਗੁਰਜੰਟ ਸਿੰਘ ਨੇ ਆਖਿਆ ਹੁਣ ਮਿੱਤੂ ਦੀ ਖੈਰ ਨਹੀਂ, ਹੁਣ ਸਮਾਂ ਬਣਾ ਲਓ, ਮਿੱਤੂ ਨੂੰ ਸੋਧਾ ਜ਼ਰੂਰ ਲਾਇਆ ਜਾਏਗਾ। ਹੁਣ ਇਹ ਹੁਸਨਾ ਡਾਲੇ ਵਾਲਾ ਇੱਕ ਪਾਟੇ ਪੁਰਾਣੇ ਜਿਹੇ ਕੱਪੜੇ ਪਾ ਕੇ ਸਬਜ਼ੀ ਵੇਚਣ ਵਾਲਾ ਬਣ ਗਿਆ। ਇਹਨੇ ਸਬਜ਼ੀ ਵਾਲੀ ਟੋਕਰੀ ਸਾਈਕਲ ਪਿੱਛੇ ਰੱਖ ਲਈ ਤੇ ਸਬਜ਼ੀ ਦੇ ਹੇਠਾਂ ਆਪਣੀ ਗਨ ਰੱਖਦਾ ਹੈ। ਇਹ ਮਿੱਤੂ ਥਾਣੇਦਾਰ ਦੇ ਘਰ ਦੇ ਅੱਗੇ ਗੇੜੇ ਦਿੰਦਾ ਹੈ, ਆਵਾਜ਼ ਦਿੰਦਾ ਹੈ ਭਿੰਡੀਆਂ ਲਓ, ਕਰੇਲੇ ਲਓ। ਪਰ ਕਈ ਦਿਨ ਆਵਾਜ਼ਾਂ ਦੇਣ ਤੋਂ ਬਾਅਦ ਵੀ ਇਹ ਮਿੱਤੂ ਥਾਣੇਦਾਰ ਬਾਹਰ ਨਾ ਨਿਕਲਿਆ। ਆਖਰਕਾਰ 15 ਸਤੰਬਰ 1987 ਦਾ ਦਿਨ ਆ ਗਿਆ, ਜਦੋਂ 15 ਸਤੰਬਰ ਵਾਲੇ ਦਿਨ ਇਸ ਨੂੰ ਸੋਧਾ ਲਾਉਣ ਦਾ ਪੱਕਾ ਫੈਸਲਾ ਹੋ ਗਿਆ। ਹੁਸਨੇ ਨੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਲਿਆ ਸੀ ਤੇ ਗੁਰਜੰਟ ਸਿੰਘ ਹੋਰਾਂ ਨੂੰ ਦੱਸ ਦਿੱਤਾ ਕਿ 9 ਤੋਂ 9:30 ਵਜੇ ਦੇ ਵਿਚਕਾਰ ਸਵੇਰ ਵੇਲੇ ਇੱਕ ਗਨਮੈਨ ਦੇ ਨਾਲ ਆਪਣੀ ਰਿਹਾਇਸ਼ ਤੋਂ ਥਾਣੇਦਾਰ ਮਿੱਤੂ ਤੁਰ ਕੇ ਜਾਂਦਾ, ਪੈਦਲ ਜਾਂਦਾ ਥਾਣੇ ਤੱਕ। ਇਸ ਨੂੰ ਸੋਧਣ ਦਾ ਇੱਕ ਚੰਗਾ ਮੌਕਾ ਹੈ। ਬਸ ਫਿਰ ਕੀ ਸੀ, ਦਰਸ਼ਨ ਸਿੰਘ ਤਖਾਣਬੱਧ, ਇਕਬਾਲ ਸਿੰਘ ਬੱਬਰ, ਇਹੋ ਜਿਹੇ ਯੋਧਿਆਂ ਨੂੰ ਲੈ ਕੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਬਾਘੇ ਪੁਰਾਣੇ ਦੀ ਧਰਤੀ ਤੇ ਪਹੁੰਚ ਗਿਆ। 15 ਸਤੰਬਰ 1987 ਦਾ ਦਿਨ ਹੈ, ਥੋੜੀ ਜਿਹੀ ਗਰਮੀ ਹੈ, ਮੌਸਮ ਬਦਲ ਰਿਹਾ ਹੈ ਤੇ ਇਧਰ ਯੋਧੇ ਆਪਣੇ ਸ਼ਿਕਾਰ ਨੂੰ ਲੱਭਣ ਦੀ ਤਾਕ ਵਿੱਚ ਨੇ। ਉਸ ਪਾਸੇ ਖੜ ਗਏ ਥਾਣੇ ਵਾਲੇ ਰਸਤੇ ਤੇ ਜਿੱਥੋਂ ਮਿੱਤੂ ਥਾਣੇਦਾਰ ਨੇ ਆਉਣਾ ਸੀ। ਹੁਣ ਗੁਰਜੰਟ ਸਿੰਘ ਹੋਰੀ ਰਸਤਾ ਵੇਖ ਰਹੇ ਨੇ ਕਿ ਕਦੋਂ ਆਵੇ। ਆਖਰਕਾਰ ਅੱਜ ਮਿੱਥੇ ਸਮੇਂ ਤੋਂ ਪਹਿਲਾਂ ਹੀ ਆਪਣੇ ਘਰੋਂ ਨਿਕਲਿਆ। ਇਹਦੇ ਨਾਲ ਇੱਕ ਗਨਮੈਨ ਹੈ। ਜਦੋਂ ਇਹਨੂੰ ਆਉਂਦਾ ਵੇਖਿਆ ਇਹ ਯੋਧੇ ਹੁਸ਼ਿਆਰ ਹੋ ਗਏ। ਇਹ ਮਾਰ ਹੇਠ ਆਇਆ ਤੇ ਸਿੰਘਾਂ ਨੇ ਛੱਡ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ। ਮਿੱਤੂ ਥਾਣੇਦਾਰ ਦਾ ਭੋਗ ਹੈ ਇਉਂ ਬਸ ਜਾਵੇ। ਥਾਣੇਦਾਰ ਮਿੱਤੂ ਬਣਾ ਸੀ ਹੰਕਾਰਿਆ,
ਵਧਿਆ ਗਿਆ। ਇਸ ਤੋਂ ਬਾਅਦ 1988 ਤੋਂ 1992 ਤੱਕ 4 ਸਾਲ ਗੁਰਜੰਟ ਸਿੰਘ ਦਾ ਨਾਂ ਪੰਥਕ ਸਭਾ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਸੀ। ਪੰਜਾਬ ਦੇ ਲੋਕ ਉਸ ਨੂੰ ਅਥਾਹ ਪਿਆਰ ਕਰਦੇ ਸਨ। ਆਖਰਕਾਰ ਜਦੋਂ ਸਰਕਾਰ ਵੱਲੋਂ ਉਹਦੇ ਸਿਰ ਪਰ 40 ਲੱਖ ਰੁਪਏ ਇਨਾਮ ਰੱਖ ਦਿੱਤਾ ਗਿਆ। 1992 ਵਿੱਚ ਜੁਲਾਈ ਦਾ ਮਹੀਨਾ ਸੀ। ਅੱਜ ਦਾ ਦਿਨ 29 ਜੁਲਾਈ ਦਾ ਦਿਨ ਸੀ। ਗੁਰਜੰਟ ਸਿੰਘ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ, ਪਰ ਉਸਦਾ ਸਰੀਰ ਇੱਕ ਸ਼ਹੀਦ ਦੀ ਦੇਹ ਦੇ ਰੂਪ ਵਿੱਚ ਪੁਲਿਸ ਨੇ ਗਊ ਘਾਟ ਦੇ ਸ਼ਮਸ਼ਾਨ ਘਾਟ ਵਿੱਚ ਲੁਧਿਆਣੇ ਦੀ ਧਰਤੀ ਤੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਬੜੀ ਜਦੋਜਹਿਦ ਤੋਂ ਬਾਅਦ ਪਰਿਵਾਰ ਨੂੰ ਗੁਰਜੰਟ ਸਿੰਘ ਦੇ ਫੁੱਲ ਅਸਥੀਆਂ ਦਿੱਤੀਆਂ, ਜਿਨ੍ਹਾਂ ਨੂੰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਲ ਪ੍ਰਵਾਹ ਕੀਤਾ ਗਿਆ। ਗੁਰਜੰਟ ਸਿੰਘ ਦਾ ਸ਼ਹੀਦ ਹੋਣਾ ਹਾਲੇ ਤੱਕ ਰਾਜ ਬਣਿਆ ਹੋਇਆ। ਉਹ ਕਿਵੇਂ ਸ਼ਹੀਦ ਹੋਇਆ, ਕਿਸ ਤਰ੍ਹਾਂ